नमस्कार साथियों। रीट ਦੇ ਲੈਵਲ 1 ਅਤੇ ਲੈਵਲ 2 ਦੇ ਅੰਦਰ ਪੰਜਾਬੀ ਲੈਂਗੁਏਜ ਦੇ ਅੰਦਰ ਆਪਣਾ ਇੱਕ ਟੌਪਿਕ ਚੱਲ ਰਿਹਾ ਸੀ ਪੰਜਾਬੀ ਭਾਸ਼ਾ ਦਾ ਵਿਕਾਸ ਅਤੇ ਸਿੱਖਿਆ ਸ਼ਾਸਤਰ ਦੇ ਬਾਰੇ। ਉਸ ਦੇ ਅੰਦਰ ਆਪਾਂ ਪੜ੍ਹ ਰਹੇ ਸੀ ਭਾਸ਼ਾ ਅਧਿਆਪਨ ਦੇ ਸਿਧਾਂਤਾਂ ਦੇ ਬਾਰੇ ਤੇ ਅੱਜ ਆਪਾਂ ਗੱਲ ਕਰਨੀ ਹੈ ਸਿੱਖਿਆ ਦੇ ਸੂਤਰਾਂ ਦੇ ਬਾਰੇ ਕਿ ਅਸਲ ਦੇ ਅੰਦਰ ਸਿੱਖਿਆ ਦੇ ਸੂਤਰ ਕਿਹੜੇ-ਕਿਹੜੇ ਨੇ। ਤਾਂ ਉਹ ਸਾਥੀਓ ਗੱਲ ਕਰਦੇ ਹਾਂ ਆਪਾਂ ਸਿੱਖਿਆ ਦੇ ਸੂਤਰਾਂ ਦੇ ਬਾਰੇ। ਸਿੱਖਿਆ ਦੇ ਕੁਝ ਅਜਿਹੇ ਸੂਤਰ ਹਨ ਜੋ ਭਾਸ਼ਾ ਦੀ ਸਿੱਖਿਆ ਲਈ ਲਾਹੇਵੰਦ ਹੁੰਦੇ ਨੇ, ਯਾਨੀ ਜ਼ਰੂਰੀ ਮੰਨੇ ਜਾਂਦੇ ਨੇ। ਇਹ ਸਿੱਖਿਆ ਸੂਤਰਾਂ ਕਿਸੇ ਇੱਕ ਵਿਸ਼ੇਸ਼ ਵਿਅਕਤੀ ਲਈ ਹੀ ਨਹੀਂ ਸਗੋਂ ਸਮੁੱਚੇ ਸਿੱਖਿਆ ਦੇ ਵਿਦਵਾਨਾਂ ਦੀ ਲੰਬੀ ਕਮਾਈ ਦਾ ਨਤੀਜਾ ਨੇ। ਯਾਨੀ ਇਹ ਇੱਕ ਲੰਬੀ ਕੋਸ਼ਿਸ਼ ਤੋਂ ਬਾਅਦ ਸਾਡੇ ਸਾਹਮਣੇ ਆਏ ਨੇ, ਯਾਨੀ ਖੋਜ ਭਰਪੂਰ ਨੇ। ਇਹਨਾਂ ਸਿੱਖਿਆ ਸੂਤਰਾਂ ਸਿੱਖਿਆ ਦੇ ਖੇਤਰ ਵਿੱਚ ਕੰਮ ਕਰ ਰਹੇ ਅਧਿਆਪਕਾਂ ਦੇ ਡੂੰਘੇ ਤਜਰਬੇ ਦਾ ਨਤੀਜਾ ਨੇ। ਸਿੱਖਿਆ ਦੇ ਕੁਝ ਸੂਤਰ ਇਸ ਤਰ੍ਹਾਂ ਨੇ, ਯਾਨੀ ਹੁਣ ਆਪਾਂ ਸਿੱਖਿਆ ਦੇ ਸੂਤਰਾਂ ਦੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆ ਜਾਂਦਾ ਹੈ ਗਿਆਤ ਤੋਂ ਅਗਿਆਤ ਦੇ ਵੱਲ। ਇਸ ਸਿੱਖਿਆ ਸੂਤਰ ਰਾਹੀਂ ਬੱਚੇ ਆਪਣੇ ਪੂਰਵ ਗਿਆਨ ਦੀ ਮਦਦ ਨਾਲ ਨਵੇਂ ਗਿਆਨ ਦੀ ਪ੍ਰਾਪਤੀ ਕਰਦੇ ਨੇ। ਯਾਨੀ ਬੱਚਿਆਂ ਨੇ ਜੋ ਪਹਿਲੇ ਸਿੱਖਿਆ ਹੈ ਉਸ ਨੂੰ ਆਧਾਰ ਬਣਾ ਕੇ ਉਹ ਨਵੇਂ ਗਿਆਨ ਨੂੰ ਹਾਸਲ ਕਰਦੇ ਨੇ। ਇਹਨੂੰ ਆਪਾਂ ਕਹਿੰਦੇ ਹਾਂ ਗਿਆਤ ਤੋਂ ਅਗਿਆਤ ਦੇ ਵੱਲ। ਭਾਸ਼ਾ ਦੇ ਸਿੱਖਿਆ ਸੂਤਰਾਂ ਵਿੱਚ ਇਹ ਬਹੁਤ ਹੀ ਉਪਯੋਗੀ ਸਿੱਖਿਆ ਸੂਤਰ ਹੈ। ਇਸ ਤੋਂ ਸੰਬੰਧਿਤ ਬਹੁਤ ਵਾਰ ਪ੍ਰਸ਼ਨ ਪੁੱਛੇ ਜਾਂਦੇ ਨੇ ਤੇ ਇਹ ਇੱਕ ਇੰਪੋਰਟੈਂਟ ਸਿੱਖਿਆ ਸੂਤਰ ਮੰਨਿਆ ਜਾਂਦਾ ਹੈ। ਫਿਰ ਇਸ ਤੋਂ ਬਾਅਦ 'ਚ ਆਪਣੇ ਕੋਲ ਜੋ ਆ ਜਾਂਦਾ ਹੈ ਸਾਥੀ, ਉਹ ਆ ਜਾਂਦਾ ਹੈ ਸੌਖੇ ਤੋਂ ਔਖੇ ਦੇ ਵੱਲ। ਇਸ ਸਿੱਖਿਆ ਸੂਤਰ ਦੀ ਮਦਦ ਨਾਲ ਪਹਿਲਾਂ ਬੱਚੇ ਨੂੰ ਸੌਖੀ ਗੱਲ ਸਮਝਾਈ ਜਾਂਦੀ ਹੈ। ਇਸ ਤੋਂ ਬਾਅਦ ਬੱਚਾ ਸੌਖੀ ਗੱਲ ਦੀ ਮਦਦ ਨਾਲ ਔਖੀ ਗੱਲ ਕਰਨੀ ਜਾਂ ਫਿਰ ਸਮਝਣੀ ਸਿੱਖ ਜਾਂਦਾ ਹੈ। ਯਾਨੀ ਟੀਚਰ ਕੀ ਕਰਦਾ ਹੈ, ਬੱਚੇ ਨੂੰ ਸਭ ਤੋਂ ਪਹਿਲਾਂ ਜਿਹੜੀ ਈਜੀ ਵਰਕ ਹੈ ਉਹ ਕਰਵਾਉਂਦਾ ਹੈ, ਯਾਨੀ ਸੌਖੀਆਂ ਗੱਲਾਂ ਹੈ ਜਿਹੜੀਆਂ ਉਹ ਸਮਝਾਉਂਦਾ ਹੈ ਤੇ ਫਿਰ ਬਾਅਦ ਦੇ ਅੰਦਰ ਸੌਖੀਆਂ ਗੱਲਾਂ ਨੂੰ ਆਧਾਰ ਬਣਾ ਕੇ ਉਹਨਾਂ ਨੂੰ ਜੋੜ ਕੇ ਉਹ ਔਖੀਆਂ ਗੱਲਾਂ ਸਿਖਾਉਂਦਾ ਹੈ ਤੇ ਬੱਚੇ ਨੂੰ ਇਸ ਤਰੀਕੇ ਨਾਲ ਸਿੱਖਣ ਦੇ ਅੰਦਰ ਮਦਦ ਹੁੰਦੀ ਹੈ। ਫਿਰ ਇਸ ਤੋਂ ਬਾਅਦ 'ਚ ਤੀਸਰਾ ਜਿਹੜਾ ਪੁਆਇੰਟ ਆ ਜਾਂਦਾ ਉਹ ਆ ਜਾਂਦਾ ਅਨਿਸ਼ਚਿਤ ਤੋਂ ਨਿਸ਼ਚਿਤ ਵੱਲ, ਯਾਨੀ ਅਨਿਸ਼ਚਿਤ ਤੋਂ ਨਿਸ਼ਚਿਤ ਦੇ ਵੱਲ। ਇਹ ਸਿੱਖਿਆ ਸੂਤਰ ਇਸ ਵਿੱਚ ਬੱਚੇ ਦਾ ਗਿਆਨ ਅਸਪਸ਼ਟ ਹੁੰਦਾ ਹੈ, ਯਾਨੀ ਉਹ ਕਲੀਅਰ ਨਹੀਂ ਹੁੰਦਾ, ਜਿਸ ਨੂੰ ਅਧਿਆਪਕ ਅਸਪਸ਼ਟ ਗਿਆਨ ਨੂੰ ਬਿੰਦੂ ਬਣਾ ਕੇ ਸਪਸ਼ਟ ਗਿਆਨ ਵੱਲ ਪ੍ਰੇਰਿਤ ਕਰਦਾ ਹੈ। ਯਾਨੀ ਜਿਹੜਾ ਅਸਪਸ਼ਟ ਗਿਆਨ ਹੈ, ਯਾਨੀ ਅਸੀਂ ਇਹਨੂੰ ਇਹ ਕਹਾਂਗੇ ਕਿ ਜਿਹੜਾ ਬੱਚੇ ਦੇ ਲਈ ਉਹ ਅਸੀਂ ਅਸਪਸ਼ਟ ਗਿਆਨ ਹੈ ਜਿਹੜਾ ਉਸ ਨੂੰ ਆਧਾਰ ਬਣਾ ਕੇ ਟੀਚਰ ਉਸ ਨੂੰ ਇੱਕ ਸਪਸ਼ਟ ਗਿਆਨ ਦੇ ਵੱਲ ਪ੍ਰੇਰਿਤ ਕਰਦਾ ਹੈ, ਯਾਨੀ ਸਿੱਖਣ ਦੇ ਅੰਦਰ ਜਿਹੜੀ ਸੌਖ ਪੈਦਾ ਕਰ ਸਕੇ ਉਸ ਨੂੰ। ਇਸ ਤਰ੍ਹਾਂ ਬੱਚਾ ਅਨਿਸ਼ਚਿਤ ਗਿਆਨ ਤੋਂ ਨਿਸ਼ਚਿਤ ਗਿਆਨ ਦੇ ਵੱਲ ਮੁੜਦਾ ਹੈ। ਯਾਨੀ ਬੱਚੇ ਨੂੰ ਜਿਹੜੇ ਚੀਜ਼ ਦਾ ਅੰਦਾਜ਼ਾ ਨਹੀਂ ਹੈ ਉਹ ਜੇ ਇੱਕ ਪੁਆਇੰਟ ਤੋਂ ਆਧਾਰਿਤ ਜਦੋਂ ਗਿਆਨ ਹਾਸਲ ਕਰੇਗਾ ਤਾਂ ਉਸ ਨੂੰ ਕਨਫਰਮ ਹੋ ਜਾਏਗਾ ਕਿ ਉਹ ਕੀ ਸਿੱਖ ਰਿਹਾ ਹੈ, ਉਹ ਕੀ ਗੱਲ ਹੈ। ਤਾਂ ਇਹਨੂੰ ਆਪਾਂ ਕਹਾਂਗੇ ਕਿ ਅਨਿਸ਼ਚਿਤ ਤੋਂ ਨਿਸ਼ਚਿਤਤਾ ਦੇ ਵੱਲ। ਫਿਰ ਉਸ ਤੋਂ ਬਾਅਦ 'ਚ ਜਿਹੜਾ ਆਪਣੇ ਕੋਲੇ ਆ ਜਾਂਦਾ ਸਾਥੀਓ ਉਹ ਆ ਜਾਂਦਾ ਵਿਸ਼ੇਸ਼ ਤੋਂ ਸਧਾਰਨ ਵੱਲ। ਇਸ ਸਿੱਖਿਆ ਸੂਤਰ ਰਾਹੀਂ ਪਹਿਲਾਂ ਸੰਬੰਧਿਤ ਵਿਸ਼ੇ ਨਾਲ ਨਿਯਮ ਸਮਝਾਏ ਜਾਂਦੇ ਹਨ। ਉਸ ਤੋਂ ਬਾਅਦ ਇਹਨਾਂ ਨਿਯਮਾਂ ਨਾਲ ਜੋੜ ਕੇ ਸਿੱਖਿਆ ਪ੍ਰਕਿਰਿਆ ਪੂਰੀ ਕੀਤੀ ਜਾਂਦੀ ਹੈ। ਇਹ ਵਿਸ਼ੇਸ਼ ਤੋਂ ਸਧਾਰਨ ਦਾ ਨਿਯਮ ਅਖਵਾਉਂਦਾ ਹੈ। ਇਹਨੂੰ ਆਪਾਂ ਕੀ ਕਹਿੰਦੇ ਆ, ਵਿਸ਼ੇਸ਼ ਤੋਂ ਸਧਾਰਨ ਦਾ ਨਿਯਮ। ਫਿਰ ਪੰਜਵਾਂ ਆਪਣੇ ਕੋਲ ਜੋ ਆ ਜਾਂਦਾ ਉਹ ਆ ਜਾਂਦਾ ਪੂਰਨ ਤੋਂ ਅੰਸ਼ ਵੱਲ। ਇਹ ਸਭ ਦੇ ਸਭ ਆਪ ਨੂੰ ਸਾਈਕੋਲੋਜੀ ਦੇ ਅੰਦਰ ਵੀ ਮਿਲ ਜਾਣਗੇ, ਸਾਈਕੋ ਦੇ ਅੰਦਰ ਮਿਲ ਜਾਣਗੇ ਤੇ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਸਿੱਖਿਆ ਸ਼ਾਸਤਰ ਦੇ ਅੰਦਰ ਵੀ ਇਹ ਗੱਲਾਂ ਨੇ। ਇਸ ਸਿੱਖਿਆ ਸੂਤਰ ਰਾਹੀਂ ਬੱਚੇ ਨੂੰ ਪਹਿਲਾਂ ਵਿਸ਼ੇ ਨਾਲ ਸੰਬੰਧਿਤ ਪੂਰਨ ਗਿਆਨ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਉਸ ਵਿਸ਼ੇ ਨਾਲ ਸੰਬੰਧਿਤ ਅੰਸ਼ਾਂ ਨੂੰ ਸਮਝਾਇਆ ਜਾਂਦਾ ਹੈ। ਇਹ ਪੂਰਨ ਗਿਆਨ ਤੋਂ ਅੰਸ਼ਾਂ ਨੂੰ ਸਮਝਾਉਣ ਦਾ ਸਿੱਖਿਆ ਸੂਤਰ ਮੰਨਿਆ ਹੈ, ਯਾਨੀ ਪੂਰਨ ਗਿਆਨ ਤੋਂ ਅੰਸ਼ਾਂ ਵੱਲ ਸਮਝਾਉਣ ਦਾ ਸਿੱਖਿਆ ਸੂਤਰ ਮੰਨਿਆ ਜਾਂਦਾ ਹੈ। ਫਿਰ ਆਪਣੇ ਕੋਲ ਜਿਹੜਾ ਛੇਵਾਂ ਆ ਜਾਂਦਾ ਹੈ ਉਹ ਹੈ ਮੂਰਤ ਗਿਆਨ ਤੋਂ ਅਮੂਰਤ ਵੱਲ। ਇਸ ਨੂੰ ਅਸੀਂ ਕਹਾਂਗੇ ਮੂਰਤ ਤੋਂ ਅਮੂਰਤ ਦੇ ਵੱਲ। ਇਹ ਸਿੱਖਿਆ ਸੂਤਰ ਬਾਲ ਸਿੱਖਿਆ ਪ੍ਰਣਾਲੀਆਂ ਉੱਤੇ ਆਧਾਰਿਤ ਹੈ। ਬਾਲ ਸਿੱਖਿਆ ਪ੍ਰਣਾਲੀਆਂ ਯਾਨੀ ਜਿਹੜੀ ਛੋਟੇ ਬੱਚਿਆਂ ਦੀਆਂ ਜਿਹੜੀਆਂ ਸਿੱਖਿਆ ਪ੍ਰਣਾਲੀਆਂ ਹੈ ਉਹਨਾਂ ਦੇ ਉੱਪਰ ਡਿਪੈਂਡ ਕਰਦਾ ਹੈ, ਉਹਨਾਂ 'ਤੇ ਆਧਾਰਿਤ ਹੈ। ਬੱਚੇ ਆਰੰਭ ਵਿੱਚ ਮੂਰਤਾਂ ਵੱਲ ਵੱਧ ਆਕਰਸ਼ਿਤ ਹੁੰਦੇ ਨੇ।
ਇਸੇ ਲਈ ਤਾਂ ਛੋਟੀਆਂ ਜਮਾਤਾਂ ਦੀਆਂ ਕਿਤਾਬਾਂ ਦੇ ਅੰਦਰ ਤਸਵੀਰਾਂ ਵਧੇਰੇ ਬਣਾਈਆਂ ਹੁੰਦੀਆਂ ਨੇ। ਬੱਚਿਆਂ ਨੂੰ ਇਹ ਮੂਰਤਾਂ ਦਾ ਗਿਆਨ ਆਧਾਰ ਬਣਾ ਕੇ ਇਹ ਮੂਰਤਾਂ ਦੇ ਗਿਆਨ ਵੱਲ ਪ੍ਰੇਰਿਤ ਕੀਤਾ ਜਾਂਦਾ ਹੈ। ਯਾਨੀ ਬੱਚਿਆਂ ਨੂੰ ਫਿਰ ਕੀ ਕੀਤਾ ਜਾਂਦਾ, ਉਹ ਜਿਹੜੀਆਂ ਮੂਰਤਾਂ ਹੁੰਦੀਆਂ ਨੇ ਉਹ ਦਿਖਾ ਕੇ ਤੇ ਉਹਨਾਂ ਨੂੰ ਜਿਹੜੇ ਅਸਲੀ ਗਿਆਨ ਹੈ ਉਹ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ, ਜਿਸ ਨੂੰ ਆਪਾਂ ਕਹਾਂਗੇ ਮੂਰਤ ਤੋਂ ਇਹ ਮੂਰਤ ਦੇ ਵੱਲ। ਯਾਨੀ ਮੂਰਤਾਂ ਦਿਖਾਈਆਂ ਗਈਆਂ ਤੇ ਉਸ ਨੂੰ ਬਾਅਦ 'ਚ ਜਿਹੜੀਆਂ ਮੂਰਤਾਂ ਨਹੀਂ ਹੈ ਉਹਨਾਂ ਦਾ ਗਿਆਨ ਦੇਣ ਦੀ ਕੋਸ਼ਿਸ਼ ਕੀਤੀ ਗਈ। ਫਿਰ ਇਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਹੈ ਵਿਸ਼ਲੇਸ਼ਣ ਤੋਂ ਸੰਸਲੇਸ਼ਣ ਵੱਲ। ਵਿਸ਼ਲੇਸ਼ਣ ਵਿਸ਼ੇ ਨਾਲ ਸੰਬੰਧਿਤ ਗਿਆਨ ਦੇ ਪੂਰਨ ਭਾਗ ਨੂੰ ਛੋਟੇ ਛੋਟੇ ਭਾਗਾਂ ਵਿੱਚ ਜੋੜ ਕੇ ਸਮਝਣ ਲਈ ਪ੍ਰੇਰਿਤ ਕਰਦਾ ਹੈ। ਸੰਸਲੇਸ਼ਣ ਵਿਸ਼ੇ ਦੇ ਛੋਟੇ ਛੋਟੇ ਭਾਗਾਂ ਨੂੰ ਜੋੜ ਕੇ ਸੰਪੂਰਨ ਸਥਿਤੀ ਦੇ ਨਤੀਜੇ ਕੱਢਦਾ ਹੈ। ਇਹ ਦੋਵੇਂ ਸਿੱਖਿਆ ਸੂਤਰ ਮਾਤ ਭਾਸ਼ਾ ਲਈ ਬਹੁਤ ਹੀ ਉਪਯੋਗੀ ਮੰਨੇ ਜਾਂਦੇ ਨੇ। ਤਾਂ ਇਹ ਸੀ ਵਿਸ਼ਲੇਸ਼ਣ ਤੋਂ ਸੰਸਲੇਸ਼ਣ ਦੀ ਵੱਲ। ਇਹ ਜਿੰਨੇ ਵੀ ਪੁਆਇੰਟ ਨੇ ਸਾਥੀਓ, ਇਹਨਾਂ ਦੇ ਅੰਦਰੋਂ ਪ੍ਰਸ਼ਨ ਅਕਸਰ ਪੁੱਛੇ ਜਾਂਦੇ ਰਹੇ ਨੇ ਤੇ ਇਸ ਵਾਰ ਵੀ ਸੰਭਾਵਨਾ ਹੈ ਕਿ ਇਹਨਾਂ ਦੇ ਅੰਦਰੋਂ ਇੱਕ ਇੱਕ ਪ੍ਰਸ਼ਨ ਤਾਂ ਜ਼ਰੂਰ ਪੁੱਛ ਲਿਆ ਹੀ ਜਾਏਗਾ। ਫਿਰ ਇਸ ਤੋਂ ਬਾਅਦ ਜਿਹੜਾ ਆਪਣੇ ਕੋਲ ਅਗਲਾ ਪੁਆਇੰਟ ਆ ਜਾਂਦਾ ਉਹ ਆ ਜਾਂਦਾ ਆਗਮਨ ਤੋਂ ਨਿਗਮਨ ਦੇ ਵੱਲ। ਆਗਮਨ ਤੋਂ ਨਿਗਮਨ ਵੱਲ ਦਾ ਸਿੱਖਿਆ ਸੂਤਰ ਪਹਿਲਾਂ ਬਹੁਤ ਸਾਰੀਆਂ ਨਵੀਆਂ ਪੁਰਾਣੀਆਂ ਉਦਾਹਰਨਾਂ ਪੇਸ਼ ਕੀਤੀਆਂ ਜਾਂਦੀਆਂ ਨੇ। ਯਾਨੀ ਇਸ ਦੇ ਅੰਦਰ ਬਹੁਤ ਸਾਰੇ ਐਗਜ਼ਾਮਪਲ ਬੱਚੇ ਨੂੰ ਦਿਖਾਏ ਜਾਂਦੇ ਨੇ, ਚਾਹੇ ਉਹ ਨਵੇਂ ਹੋਣ ਜਾਂ ਫਿਰ ਉਹ ਪੁਰਾਣੇ ਹੋਣ। ਉਸ ਤੋਂ ਬਾਅਦ ਅਸਲੀ ਸਿਧਾਂਤ ਅਨੁਸਾਰ ਨਤੀਜੇ ਪੇਸ਼ ਕੀਤੇ ਜਾਂਦੇ ਨੇ। ਫਿਰ ਜਿਹੜਾ ਜੋ ਨਿਯਮ ਹੁੰਦਾ ਹੈ ਉਸ ਮੁਤਾਬਕ ਉਸ ਦੇ ਜਿਹੜੇ ਰਿਜ਼ਲਟ ਹੁੰਦੇ ਨੇ ਉਹ ਬੱਚੇ ਦੇ ਸਾਹਮਣੇ ਪੇਸ਼ ਕਰ ਦਿੱਤੇ ਜਾਂਦੇ ਨੇ। ਨਿਗਮਨ ਵਿਧੀ ਵਿੱਚ ਪਹਿਲਾਂ ਸਿਧਾਂਤ ਸਮਝਾਏ ਜਾਂਦੇ ਨੇ ਤੇ ਉਸ ਤੋਂ ਬਾਅਦ ਉਦਾਹਰਨਾਂ ਪੇਸ਼ ਕੀਤੀਆਂ ਜਾਂਦੀਆਂ ਨੇ। ਇਸ ਨੂੰ ਆਪਾਂ ਕਹਿੰਦੇ ਆ ਆਗਮਨ ਤੋਂ ਨਿਗਮਨ ਦੇ ਵੱਲ। ਫਿਰ ਅਗਲਾ ਜਿਹੜਾ ਆਪਣੇ ਕੋਲੇ ਪੁਆਇੰਟ ਆ ਜਾਂਦਾ ਉਹ ਆ ਜਾਂਦਾ ਅਨੁਭਵ ਤੋਂ ਤਰਕ ਦੇ ਵੱਲ। ਅਨੁਭਵ ਵਿਅਕਤੀ ਦੇ ਪੂਰਵ ਗਿਆਨ ਉੱਤੇ ਆਧਾਰਿਤ ਹੁੰਦਾ ਹੈ। ਯਾਨੀ ਜਿਹੜਾ ਉਸ ਨੂੰ ਪਹਿਲੇ ਗਿਆਨ ਹਾਸਲ ਹੈ, ਜੋ ਉਸਨੇ ਪਹਿਲੇ ਸਿੱਖ ਲਿਆ ਹੈ, ਜਿਸ ਦੇ ਬਾਰੇ ਉਸ ਨੂੰ ਪਤਾ ਹੈ, ਉਸ ਤੋਂ ਆਧਾਰਿਤ ਉਹ ਗੱਲ ਕਰਦਾ ਹੈ। ਇਸ ਲਈ ਇਹ ਤਰਕ ਉੱਤੇ ਖਰੇ ਨਹੀਂ ਉਤਰਦੇ। ਭਾਸ਼ਾ ਸਿੱਖਿਆ ਵਿੱਚ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਬੱਚੇ ਦੇ ਗਿਆਨ ਨੂੰ ਅਨੁਭਵ ਤੋਂ ਤਰਕ ਵੱਲ ਮੋੜੇ। ਯਾਨੀ ਅਨੁਭਵ ਹੈ ਜਿਹੜਾ ਉਸ ਨੂੰ ਤਰਕ ਦੇ ਵੱਲ ਮੋੜਨ ਦੀ ਕੋਸ਼ਿਸ਼ ਕਰੇ। ਯਾਨੀ ਤਰਕਾਂ 'ਤੇ ਆਧਾਰਿਤ ਉਸ ਨੂੰ ਗਿਆਨ ਕਰਵਾਵੇ, ਜਿਸ ਨਾਲ ਬੱਚੇ ਦਾ ਬੌਧਿਕ ਵਿਕਾਸ ਹੋ ਸਕੇ। ਯਾਨੀ ਜੇਕਰ ਅਨੁਭਵ ਤੋਂ ਤਰਕ ਦੇ ਵੱਲ ਟੀਚਰ ਬੱਚੇ ਨੂੰ ਮੋੜੇਗਾ ਤਾਂ ਫਿਰ ਹੀ ਬੱਚੇ ਦਾ ਅਸਲੀ ਬੌਧਿਕ ਵਿਕਾਸ ਹੋ ਸਕਦਾ ਹੈ। ਫਿਰ ਇਸ ਤੋਂ ਬਾਅਦ ਆਪਣੇ ਕੋਲ ਜਿਹੜਾ ਅਗਲਾ ਪੁਆਇੰਟ ਆ ਜਾਂਦਾ ਸਾਥੀਓ ਉਹ ਆ ਜਾਂਦਾ ਹੈ ਮਨੋਵਿਗਿਆਨਿਕ ਤੋਂ ਤਾਰਕਿਕ ਦੇ ਵੱਲ। ਭਾਸ਼ਾ ਦੀ ਸਿੱਖਿਆ ਵਿੱਚ ਬੱਚੇ ਨੂੰ ਉਸ ਦੀ ਰੁਚੀ ਅਨੁਸਾਰ ਗਿਆਨ ਦੇਣਾ ਮਨੋਵਿਗਿਆਨਿਕਤਾ ਤਾਂ ਹੈ, ਪਰ ਉਸ ਗਿਆਨ ਨੂੰ ਬਾਅਦ ਵਿੱਚ ਸਾਮਗਰੀ ਦੇ ਆਧਾਰ 'ਤੇ ਤਰਕ ਪੇਸ਼ ਕਰਦੇ ਹੋਏ ਤਾਰਕਿਕ ਬਣਾਉਣਾ ਚਾਹੀਦਾ ਹੈ। ਇਹ ਮਨੋਵਿਗਿਆਨ ਤੋਂ ਤਾਰਕਿਕ ਵੱਲ ਦਾ ਗਿਆਨ ਹੈ। ਇਹ ਸਾਰੇ ਦੇ ਸਾਰੇ ਪੁਆਇੰਟ ਨੇ ਜਿਹੜੇ ਸਾਥੀਓ, ਇਹਨਾਂ ਦੇ ਅੰਦਰੋਂ ਕੋਈ ਨਾ ਕੋਈ ਪ੍ਰਸ਼ਨ ਆਉਣਾ ਜ਼ਰੂਰੀ ਬਣਦਾ ਹੈ। ਇਸ ਲਈ ਇਹਨਾਂ ਪੁਆਇੰਟਾਂ ਨੂੰ ਖਾਸ ਤੌਰ 'ਤੇ ਸਮਝਣਾ, ਧਿਆਨ ਦੇਣਾ। ਇਹ ਜਿੰਨੇ ਵੀ ਪੁਆਇੰਟ ਨੇ ਇਹ ਪੁਆਇੰਟਾਂ ਨੂੰ ਕਈ ਵਾਰ ਉਹ ਵਿਕਲਪ ਬਣਾ ਕੇ ਆਪ ਦੇ ਸਾਹਮਣੇ ਪੇਸ਼ ਕਰ ਦਿੰਦਾ ਹੈ ਤੇ ਪਿਛਲੇ ਸਾਲਾਂ ਦੇ ਇਮਤਿਹਾਨਾਂ ਦੇ ਅੰਦਰ ਇਹਨਾਂ ਤੋਂ ਸੰਬੰਧਿਤ ਪ੍ਰਸ਼ਨ ਜ਼ਰੂਰ ਪੁੱਛੇ ਗਏ ਨੇ। ਉਹ ਤੁਸੀਂ ਪੁਰਾਣੇ ਪੇਪਰ ਉਠਾ ਕੇ ਵੀ ਦੇਖ ਸਕਦੇ ਹੋ। ਇਸ ਚੈਨਲ ਦੇ ਉੱਪਰ ਪਿਛਲੇ ਵਰਿਆਂ ਦੇ ਪੇਪਰ ਦਾ ਜਿਹੜਾ ਸੋਲੂਸ਼ਨ ਆ ਉਹ ਅਪਲੋਡ ਕੀਤਾ ਗਿਆ ਹੈ, ਉਹ ਵੀਡੀਓ ਤੁਸੀਂ ਦੇਖ ਸਕਦੇ ਹੋ। ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਦਾ ਵਿਕਾਸ ਤੇ ਸਿੱਖਿਆ ਸ਼ਾਸਤਰ ਦੇ ਕੰਪਲੀਟ ਵੀਡੀਓ ਵੀ ਆਪ ਨੂੰ ਇਸ ਚੈਨਲ ਦੇ ਉੱਪਰ ਪਲੇਲਿਸਟ ਦੇ ਅੰਦਰ ਮਿਲਣ ਵਾਲੇ ਨੇ। ਤੇ ਹੁਣ ਆਪਾਂ ਰਿਵੀਜ਼ਨ ਜਿਹੜਾ ਕਰ ਰਹੇ ਹਾਂ ਉਹ ਇਹ ਰਿਵੀਜ਼ਨ ਹੀ ਕਹਾਂਗੇ, ਕਿਉਂਕਿ ਹੁਣ ਅਕੋਰਡਿੰਗ ਟੂ ਸਿਲੇਬਸ ਪੜ੍ਹ ਰਹੇ ਹਾਂ, ਕਿਉਂਕਿ ਉਹ ਪੁਰਾਣੇ ਸਿਲੇਬਸ 'ਤੇ ਨੇ ਤੇ ਹੁਣ ਆਪਾਂ ਨਵੇਂ ਸਿਲੇਬਸ 'ਤੇ ਆਧਾਰਿਤ ਇਹ ਪੁਆਇੰਟਾਂ ਦਾ ਅਧਿਐਨ ਕਰ ਰਹੇ ਹਾਂ। ਮੈਨੂੰ ਆਸ ਹੈ ਕਿ ਆਪ ਨੂੰ ਇਹ ਗੱਲਾਂ ਸਮਝ ਆਈਆਂ ਹੋਣਗੀਆਂ ਤੇ ਆਪ ਨੂੰ ਆਪਣੀ ਤਿਆਰੀ ਦੇ ਅੰਦਰ ਮਦਦ ਕਰਨ ਵਾਲੀਆਂ ਸਿੱਧ ਹੋਣਗੀਆਂ। ਐਸੀ ਆਸ ਦੇ ਨਾਲ ਅਗਲੀ ਕਲਾਸ ਦੇ ਅੰਦਰ ਇੱਕ ਹੋਰ ਨਵਾਂ ਪੰਜਾਬੀ ਭਾਸ਼ਾ ਦਾ ਵਿਕਾਸ ਤੇ ਸਿੱਖਿਆ ਸ਼ਾਸਤਰ ਦਾ ਟੌਪਿਕ ਲੈ ਕੇ ਹਾਜ਼ਰ ਹੋਵਾਂਗਾ। ਉਦੋਂ ਤੱਕ ਦੇ ਲਈ ਧੰਨਵਾਦ ਸਾਥੀਓ।